ਹੁਣ ਅਸੀਂ ਪੜ੍ਹਨ ਲੱਗੇ ਹਾਂ ਵਿਗਿਆਨ ਅਤੇ ਸੱਭਿਆਚਾਰ, ਜੋ ਕਿ ਸੁਰਜੀਤ ਸਿੰਘ ਢਿੱਲੋਂ ਦਾ ਲਿਖਿਆ ਇਸ ਦਾ ਵਿਸ਼ਾ ਵਸਤੂ। ਵਿਗਿਆਨ ਅਤੇ ਸੱਭਿਆਚਾਰ ਲੇਖ ਸੁਰਜੀਤ ਸਿੰਘ ਢਿੱਲੋਂ ਦੀ ਰਚਨਾ ਹੈ। ਇਸ ਦਾ ਵਿਸ਼ਾ ਮਨੁੱਖੀ ਸੱਭਿਆਚਾਰ ਵਿੱਚ ਵਿਗਿਆਨ ਦਾ ਸਥਾਨ ਹੈ। ਸਭ ਤੋਂ ਪਹਿਲਾਂ ਵਿਗਿਆਨ ਨਾਲ ਜਾਣ ਪਛਾਣ ਕਰਾਉਂਦਿਆਂ ਲੇਖਕ ਦੱਸਦਾ ਹੈ ਕਿ ਵਿਗਿਆਨ ਸੱਭਿਆਚਾਰ ਦੀ ਮਨੁੱਖ ਨੂੰ ਮਹਾਨ ਦੇਣ ਹੈ, ਜੋ ਕਿ ਧਰਮ ਆਦਿ ਦੇ ਕਾਲਪਨਿਕ ਗਿਆਨ ਤੋਂ ਵੱਖਰਾ ਹੈ, ਕਿਉਂਕਿ ਇਸ ਦਾ ਆਧਾਰ ਅਜਿਹੀ ਜਾਣਕਾਰੀ ਹੈ ਜਿਸ ਨੂੰ ਦੇਖਿਆ ਅਤੇ ਪਰਖਿਆ ਜਾ ਸਕਦਾ ਹੈ। ਵਿਗਿਆਨ ਦਾ ਜਨਮ ਤਾਂ ਪ੍ਰਯੋਗਸ਼ਾਲਾ ਵਿੱਚ ਹੁੰਦਾ ਹੈ, ਪਰ ਇਹ ਪ੍ਰਯੋਗ ਦੀਆਂ ਹੱਦਾਂ ਤੱਕ ਸੀਮਿਤ ਨਹੀਂ ਰਹਿੰਦਾ। ਇਹ ਨਿਰੋਲ ਵਿਗਿਆਨੀਆਂ ਲਈ ਵੀ ਨਹੀਂ ਹੁੰਦਾ ਤੇ ਨਾ ਹੀ ਮਸ਼ੀਨਾਂ ਤੇ ਕਾਰਖਾਨਿਆਂ ਦਾ ਨਿਰਮਾਣ ਕਰਨਾ ਇਸ ਦੀ ਜ਼ਿੰਮੇਵਾਰੀ ਹੈ, ਪਰ ਸਮੁੱਚੀ ਮਨੁੱਖਤਾ ਦੀ ਸੂਝ ਨੂੰ ਟੁੰਬਣਾ ਇਸ ਦਾ ਫਰਜ਼ ਹੈ, ਜਿਸ ਕਰਕੇ ਹਰ ਇੱਕ ਵਿਅਕਤੀ ਦੀ ਇਸ ਤੱਕ ਰਸਾਈ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਲੇਖਕ ਇਸ ਗੱਲ ਬਾਰੇ ਵਿਚਾਰ ਕਰਦਾ ਹੈ ਕਿ ਕਿਸ ਤਰ੍ਹਾਂ ਵਿਗਿਆਨਿਕ ਸੱਚ ਲੋਕਾਂ ਦੇ ਮਨਾਂ ਵਿੱਚ ਵਸਾਉਣਾ ਤੇ ਉਹਨਾਂ ਦੀ ਸੁੱਤੀ ਪਈ ਸੂਝ ਨੂੰ ਇਸ ਨਾਲ ਜਗਾਉਣਾ ਕਠਿਨ ਹੁੰਦਾ ਹੈ, ਕਿਉਂਕਿ ਮਨੁੱਖ ਕਲਪਨਾ ਮੁੱਢ ਤੋਂ ਹੀ ਬੰਧਨਾਂ ਵਿੱਚ ਵਿਚਰਨ ਦੀ ਥਾਂ ਖੁੱਲ੍ਹੀਆਂ ਉਡਾਰੀਆਂ ਮਾਰਨ ਦੀ ਆਦੀ ਹੁੰਦੀ ਹੈ। ਜੋ ਕੁਝ ਬੰਦੇ ਨੇ ਆਪਣੀ ਉਮਰ ਦੇ ਮੁੱਢਲੇ ਸਮੇਂ ਵਿੱਚ ਸਿੱਖ ਜਾਂ ਸਮਝ ਲਿਆ ਹੁੰਦਾ ਹੈ, ਉਹਨਾਂ ਵਿਸ਼ਵਾਸਾਂ ਨਾਲ ਹੀ ਮਨੁੱਖ ਉਮਰ ਭਰ ਨਿਭਣਾ ਬਹੁਤਿਆਂ ਲਈ ਸੌਖਾ ਹੁੰਦਾ ਹੈ। ਉਂਝ ਮਨੁੱਖ ਦੀ ਇਸ ਸੁਭਾਵਿਕ ਤਾਸੀਰ ਦੇ ਬਾਵਜੂਦ ਵਿਗਿਆਨ ਪੁੰਗਰਿਆ ਅਤੇ ਸੱਚ ਦੀ ਖੋਜ ਕਰਦਿਆਂ ਵੱਡਾ ਹੋਇਆ। ਉਂਝ ਮਨੁੱਖ ਸੱਚ ਬਾਰੇ ਬਹੁਤਾ ਕੁਝ ਨਾ ਜਾਣਦਿਆਂ ਇਸ ਦੇ ਨਾਮ ਲਈ ਲੜਦਾ, ਸਭ ਕੁਝ ਕੁਰਬਾਨ ਕਰਦਾ ਤੇ ਸ਼ਹੀਦ ਹੁੰਦਾ ਰਿਹਾ, ਪਰੰਤੂ ਫਿਰ ਵੀ ਉਹ ਇਸ ਦੀ ਪਛਾਣ ਕਰਨ ਲਈ ਪਛੜਾ ਹੀ ਰਿਹਾ। ਅੰਧ ਵਿਸ਼ਵਾਸਾਂ ਅਤੇ ਦਕਿਆਨੁਸੀ ਰਿਵਾਜਾਂ ਵਿੱਚ ਫਸੇ ਮਨੁੱਖ ਨੇ ਬਹੁਤ ਸੰਤਾਪ ਝਾਗੇ ਤੇ ਸਦਾਚਾਰਕ ਪੱਖ ਤੋਂ ਬਹੁਤ ਕੁਝ ਗਵਾਇਆ। ਜਿਸ ਮਨੁੱਖ ਨੇ ਵੀ ਸੱਚ ਸੁਝਾਉਣ ਦਾ ਯਤਨ ਕੀਤਾ, ਉਸ ਨੂੰ ਕਦੇ ਵਿਸ਼ ਪੀਣੀ ਪਈ, ਕਦੇ ਸੂਲੀ ਚੜ੍ਹਨਾ ਪਿਆ, ਕਦੇ ਤੱਤੀ ਤਵੀ ਉੱਪਰ ਜਾਂ ਤੱਤੀ ਰੇਤ ਹੇਠ ਬੈਠਣਾ ਪਿਆ, ਜਾਂ ਜੰਗਲਾਂ ਵਿੱਚ ਇਕੱਲਿਆਂ ਮਾਰੇ ਫਿਰਨਾ ਪਿਆ। ਸੂਝ ਰਹਿਤ ਸਮਾਜ ਵਿੱਚ ਸੂਝਵਾਨਾਂ ਨੂੰ ਸਨਮਾਨ ਨਾਲ ਜਿਉਣ ਉੱਤੇ ਪਾਬੰਦੀ ਰਹੀ। ਲੇਖਕ ਆਖਦਾ ਹੈ ਕਿ ਭਾਵੇਂ ਕਹਿਣ ਨੂੰ ਤਾਂ ਅਸੀਂ ਅੱਜ ਵਿਗਿਆਨ ਦੇ ਪ੍ਰਭਾਵ ਹੇਠ ਜਿਉ ਰਹੇ ਹਾਂ ਤੇ ਵਿਗਿਆਨ ਦੀਆਂ ਦਿੱਤੀਆਂ ਸੁੱਖ ਸਹੂਲਤਾਂ ਮਾਣ ਰਹੇ ਹਾਂ, ਪਰੰਤੂ ਸਾਡੇ ਵਿੱਚ ਵਿਗਿਆਨਿਕ ਆਧਾਰ ਵਾਲੀ ਹੋਸ਼ਮੰਦੀ ਵਿਰਲੀ ਹੀ ਹੈ ਤੇ ਬੇਹੂਦੀ ਮੂਰਖਤਾ ਸਾਡੇ ਚਾਰੇ ਪਾਸੇ ਫੈਲੀ ਹੋਈ ਹੈ। ਇਸ ਤੋਂ ਅੱਗੇ ਲੇਖਕ ਆਇਨਸਟਾਈਨ ਦੇ ਵਿਚਾਰ ਦਾ ਹਵਾਲਾ ਦੇ ਕੇ ਦੱਸਦਾ ਹੈ ਕਿ ਧਰਮ, ਵਿਗਿਆਨ ਅਤੇ ਕੋਮਲ ਕਲਾ ਦਾ ਇੱਕੋ ਮੰਤਵ ਹੈ ਕਿ ਮਨੁੱਖ ਨੂੰ ਉਸਦੀ ਆਪਣੀ ਹੋਂਦ ਦੇ ਬੋਝ ਤੋਂ ਸੁਰੱਖਰੂ ਕਰਕੇ ਉਸਦੀ ਸੁਤੰਤਰਤਾ ਦਾ ਅਨੁਭਵ ਕਰਵਾਇਆ ਜਾਵੇ। ਅਸੀਂ ਵਿਸ਼ਵ ਜੀਵਨ ਤੇ ਮਨੁੱਖ ਨੂੰ ਹੁਣ ਤੱਕ ਬੇਸੁਰੇ ਅਰਥ ਦਿੰਦੇ ਰਹੇ ਹਾਂ, ਹੁਣ ਇਹਨਾਂ ਨੂੰ ਵਿਵੇਕਸ਼ੀਲ ਅਰਥ ਦੇਣ ਦੀ ਜ਼ਰੂਰਤ ਹੈ ਤਾਂ ਜੋ ਸਾਨੂੰ ਆਪਣੀ ਹੋਂਦ ਬੋਝਲ ਨਾ ਲੱਗੇ ਤੇ ਡਰ ਦੀ ਪੰਜਾਲੀ ਸਾਡੇ ਗੱਲੋਂ ਲੈ ਸਕੇ। ਸੁਤੰਤਰਤਾ ਦੇ ਇਹੋ ਅਰਥ ਹੀ ਸਹੀ ਹਨ, ਜਦਕਿ ਸਾਡੀ ਵਿਆਪਕ ਵਿਚਾਰਧਾਰਾ ਸਾਨੂੰ ਮਿਰਗ ਤ੍ਰਿਸ਼ਨਾ ਤੋਂ ਵੱਧ ਹੋਰ ਕੁਝ ਨਹੀਂ ਦੇ ਸਕਦੀ। ਲੇਖਕ ਦੱਸਦਾ ਹੈ ਕਿ ਵਿਗਿਆਨ ਨੇ ਵਿਸ਼ਵ ਅੰਦਰ ਦੂਰ ਦੂਰ ਤੱਕ ਭਾਂਤ-ਭਾਂਤ ਦੀਆਂ ਦੂਰਬੀਨਾਂ ਨਾਲ ਦੇਖ ਕੇ ਪ੍ਰਿਥਵੀ ਉੱਪਰ ਪੱਥਰੀਲੀਆਂ ਚਟਾਨਾਂ ਅੰਦਰ ਉਕਰੇ ਹੋਏ ਚਿੰਨ੍ਹਾਂ ਦਾ ਜਾਇਜ਼ਾ ਲੈ ਕੇ ਤੇ ਫਿਰ ਉਹਨਾਂ ਦੀ ਵਿਗਿਆਨਿਕ ਵਿਧੀ ਨਾਲ ਉਮਰ ਨਿਰਧਾਰਿਤ ਕਰਕੇ ਵਿਸ਼ਵ ਤੇ ਜੀਵਨ ਦੇ ਇਤਿਹਾਸ ਨੂੰ ਪ੍ਰਕਾਸ਼ਮਾਨ ਕਰਦਿਆਂ ਦੱਸਿਆ ਹੈ ਕਿ ਸਾਡਾ ਵਿਸ਼ਵ ਅੱਜ ਤੋਂ 14 ਅਰਬ ਵਰ੍ਹੇ ਪਹਿਲਾਂ ਤੇ ਪ੍ਰਿਥਵੀ 4.6 ਅਰਬ ਵਰ੍ਹੇ ਪਹਿਲਾਂ ਹੋਂਦ ਵਿੱਚ ਆਈ। ਫਿਰ ਨਿਰਜੀਵ ਪਦਾਰਥਾਂ ਦੇ ਸੁਮੇਲ ਵਿੱਚੋਂ ਜੀਵਨ ਪੁੰਗਰਿਆ ਤੇ ਬਦਲਦੇ ਹਾਲਾਤਾਂ ਨਾਲ ਜੀਵਨ ਦਾ ਵਿਕਾਸ ਹੋਇਆ। ਅਸਫੰਦ ਹੋਂਦ ਵਿੱਚ ਆਏ ਮਲੱਪ ਬਣੇ, ਮੱਖੀਆਂ ਮੱਛਰ ਉਪਜੇ ਤੇ ਮੱਛੀਆਂ ਪੈਦਾ ਹੋਈਆਂ। ਮੱਛੀਆਂ ਪਾਣੀ ਤੋਂ ਬਾਹਰ ਆ ਕੇ ਖੁਸ਼ਕੀ ਉੱਤੇ ਰਹਿਣ ਲੱਗੀਆਂ। ਤਦ ਡੱਡੂ ਕਿਰਲੇ ਤੇ ਪਸ਼ੂ ਪੰਛੀ ਉਪਜੇ। ਖਾਂਦੇ ਪੀਂਦੇ ਤੇ ਫਿਰਦੇ ਤੁਰਦੇ ਜੀਵ ਨੇ 40 ਲੱਖ ਸਾਲ ਪਹਿਲਾਂ ਵਿਚਰਨਾ ਆਰੰਭ ਕੀਤਾ ਤੇ ਇਸ ਨੂੰ ਮਾਨਵੀ ਪਦਵੀ ਪ੍ਰਾਪਤ ਕਰਦਿਆਂ 39 ਲੱਖ ਸਾਲ ਲੱਗ ਗਏ। ਸਾਡੇ ਵਰਗਾ ਮਾਨਵ ਅੱਜ ਤੋਂ 50,000 ਸਾਲ ਪਹਿਲਾਂ ਧਰਤੀ ਉੱਤੇ ਰਹਿ ਰਿਹਾ ਸੀ। 10,000 ਵਰ੍ਹਿਆਂ ਤੋਂ ਮਨੁੱਖ ਧਰਤੀ ਉੱਪਰਲੀ ਸਥਿਤੀ ਨੂੰ ਆਪਣੇ ਅਨੁਕੂਲ ਢਾਲਣ ਦੇ ਯਤਨ ਕਰਦਾ ਆ ਰਿਹਾ ਹੈ, ਪਰੰਤੂ ਵਿਗਿਆਨ ਦੇ ਜੀਵਨ ਦੇ ਇਸ ਵਿਕਾਸ ਸੰਬੰਧੀ ਇਸ ਧਾਰਨਾ ਨਾਲ ਸਾਰੇ ਸਹਿਮਤ ਨਹੀਂ। ਅਨਪੜ੍ਹਾਂ ਦੀ ਤਾਂ ਗੱਲ ਹੀ ਛੱਡੋ, ਪੜ੍ਹੇ ਲਿਖੇ ਵੀ ਇਸ ਗਿਆਨ ਨਾਲ ਪਸੀਜਦੇ ਨਹੀਂ। ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਸੁਭਾਵਿਕ ਹੀ ਸਾਡਾ ਮਨ ਹਰ ਇੱਕ ਰਚਨਾ ਦੇ ਪ੍ਰਸੰਗ ਵਿੱਚ ਉਸ ਦੇ ਰਚਨਹਾਰੇ ਬਾਰੇ ਸੋਚਣ ਲੱਗ ਪੈਂਦਾ ਹੈ, ਜਿਸ ਕਰਕੇ ਵਿਰੋਧ ਵਿਕਾਸ ਦੁਆਰਾ ਮਧੂਮੱਖੀਆਂ, ਸ਼ਾਰਕਾਂ, ਪੰਛੀਆਂ, ਸ਼ੇਰਾਂ ਤੇ ਮਨੁੱਖਾਂ ਦੇ ਪੈਦਾ ਹੋਣ ਦੀ ਗੱਲ ਸਮਝਣੀ ਔਖੀ ਹੋ ਜਾਂਦੀ ਹੈ। ਫਿਰ ਵਿਸ਼ਵ ਵਿੱਚ ਗਲੈਕਸੀਆਂ, ਤਾਰਿਆਂ, ਸੂਰਜ ਤੇ ਗ੍ਰਹਿਾਂ ਦਾ ਗੁੰਝਲਦਾਰ ਪਸਾਰਾ ਦੇਖ ਕੇ ਵੀ ਜਾਪਦਾ ਹੈ ਕਿ ਇਸ ਦਾ ਰਚਨਹਾਰਾ ਵੀ ਕੋਈ ਹੋਵੇਗਾ। ਆਮ ਵਿਅਕਤੀ ਦੇ ਵਿਗਿਆਨ ਵਿੱਚ ਵਿਸ਼ਵਾਸ ਨਾ ਕਰਨ ਦਾ ਇੱਕ ਕਾਰਨ ਇਹ ਵੀ ਹੈ ਕਿ ਵਿਗਿਆਨ ਜੋ ਕੁਝ ਵੀ ਦੱਸਦਾ ਹੈ ਉਸ ਵਿੱਚ ਸੰਦੇਹ ਦਾ ਕੁਝ
ਸਥਾਨ ਰਹਿੰਦਾ ਹੈ। ਸ਼ਾਸਤਰਾਂ ਦੇ ਨਿਸ਼ਠਾਪੂਰਵਕ ਕਥਨਾਂ ਵਾਂਗ ਪੱਕਾ ਯਕੀਨ ਕਰਨ ਯੋਗ ਵਿਗਿਆਨ ਕੋਲ ਬਹੁਤ ਥੋੜ੍ਹਾ ਹੈ। ਮੰਨੇ ਪ੍ਰਮੰਨੇ ਵਿਗਿਆਨੀਆਂ ਦੀ ਕਹੀ ਗੱਲ ਨੂੰ ਵੀ ਵਾਰ-ਵਾਰ ਟੋਇਆ ਤੇ ਪਰਖਿਆ ਜਾਂਦਾ ਹੈ। ਜਿਵੇਂ ਵਿਗਿਆਨ ਦਾ ਇੱਕ ਖੇਤਰ ਕਹਿ ਰਿਹਾ ਹੈ ਕਿ ਸੰਸਾਰ ਅੰਦਰਲੀ ਅੱਜ ਦੀ ਵਿਆਪਕ ਤਰਤੀਬ ਸਮੇਂ ਨਾਲ ਖਿੰਡ ਰਹੀ ਹੈ ਅਤੇ ਅੰਤ ਪ੍ਰਿਥਵੀ ਦੇ ਠੰਡੇ ਹੋਏ ਸੂਰਜ ਵਿੱਚ ਸਮਾ ਜਾਣ ਨਾਲ ਸਭ ਕੁਝ ਖਤਮ ਹੋ ਜਾਵੇਗਾ, ਪਰ ਜੀਵ ਵਿਗਿਆਨ ਕਹਿ ਰਿਹਾ ਹੈ ਕਿ ਪ੍ਰਿਥਵੀ ਉੱਪਰ ਖਿੰਡੇ ਪੁੰਡੇ ਪਦਾਰਥ ਭੋਜਨ ਰਾਹੀਂ ਜੀਵਾਂ ਵਿੱਚ ਸਮਾਉਂਦੇ ਹੋਏ ਹੋਰ ਵੀ ਗੁੰਝਲਦਾਰ ਤਰਤੀਬ ਵਿੱਚ ਪਰੋਏ ਜਾ ਰਹੇ ਹਨ। ਲੇਖਕ ਅਨੁਸਾਰ ਇਹ ਦੋਵੇਂ ਵਿਚਾਰ ਠੀਕ ਹਨ, ਪਰੰਤੂ ਸਧਾਰਨ ਵਿਅਕਤੀ ਨੂੰ ਸਦਾ ਸੰਦੇਹ ਵਾਲੀ ਸਥਿਤੀ ਵਿੱਚ ਵਿਚਰਦੇ ਰਹਿਣਾ ਔਖਾ ਲੱਗਦਾ ਹੈ। ਅੰਤ ਵਿੱਚ ਲੇਖਕ ਕਹਿੰਦਾ ਹੈ ਕਿ ਸੱਚ ਬੜੀ ਗੁੰਝਲਦਾਰ ਅਵਸਥਾ ਹੈ ਤੇ ਇਹ ਅਨੇਕਾਂ ਪ੍ਰਭਾਵਾਂ ਦੇ ਪਰਸਪਰ ਮੇਲ ਦਾ ਸਿੱਟਾ ਹੁੰਦੀ ਹੈ। ਹਰ ਇੱਕ ਪ੍ਰਭਾਵ ਦਾ ਨਿਖੜਵਾਂ ਵਿਸ਼ਲੇਸ਼ਣ ਕਰਨ ਦੀ ਬਰੀਕ ਬੀਨੀ ਭਰੀ ਸੂਝ ਦੀ ਲੋੜ ਹੈ। ਇਸ ਦੀ ਆਮ ਵਿਅਕਤੀ ਕੋਲ ਘਾਟ ਹੈ। ਉਂਝ ਵੀ ਸਮੁੱਚਾ ਸੱਚ ਇੱਕੋ ਵਾਰ ਉਗੜ ਕੇ ਸਾਹਮਣੇ ਨਹੀਂ ਆਉਂਦਾ। ਇਸੇ ਕਰਕੇ ਵਿਗਿਆਨ ਕੋਈ ਸੰਦੇਹ ਰਹਿਤ ਦਾਅਵਾ ਨਹੀਂ ਕਰਦਾ, ਪਰ ਮਨੁੱਖ ਕੋਲ ਸੱਚ ਦੀ ਖੋਜ ਲਈ ਹੋਰ ਕੋਈ ਰਾਹ ਵੀ ਨਹੀਂ। ਨਾਲ ਹੀ ਇਹ ਵੀ ਸੱਚ ਹੈ ਕਿ ਮਨੁੱਖ ਕੋਲ ਅੱਜ ਜਿਹੋ ਜਿਹਾ ਦਿਮਾਗ ਹੈ, ਇਸ ਨਾਲ ਵਿਸ਼ਵ ਦੀ ਵਿਸਤ੍ਰਿਤ ਪਛਾਣ ਕਰਨੀ ਸੰਭਵ ਨਹੀਂ। ਇਸੇ ਕਰਕੇ ਆਇਨਸਟਾਈਨ ਨੇ ਕਿਹਾ ਕਿ ਜਿੱਥੇ ਪਰਖ ਗਿਆਨ ਦੀ ਹੱਦ ਮੁੱਕਦੀ ਹੈ, ਉਸ ਦੇ ਪਾਰ ਧਰਮ ਦਾ ਖੇਤਰ ਆਰੰਭ ਹੁੰਦਾ ਹੈ। ਇਸ ਪ੍ਰਕਾਰ ਲੇਖ ਦੇ ਅੰਤ ਵਿੱਚ ਲੇਖਕ ਇਸ ਸਿੱਟੇ ਉੱਤੇ ਪੁੱਜਦਾ ਹੈ ਕਿ ਵਿਗਿਆਨ ਸੱਚ ਦੀ ਖੋਜ ਕਰਕੇ ਉਸ ਨੂੰ ਮਨੁੱਖ ਦੇ ਅੱਗੇ ਰੱਖਦਾ ਰਹੇਗਾ, ਪਰ ਸਮੁੱਚਾ ਸੱਚ ਪ੍ਰਾਪਤ ਨਾ ਹੋਣ ਕਰਕੇ ਮਨੁੱਖ ਧਰਮ ਦੇ ਕਾਲਪਨਿਕ ਵਿਸ਼ਵਾਸਾਂ ਨਾਲ ਭਰੇ ਖੇਤਰ ਵਿੱਚ ਵੀ ਵਿਚਰਦਾ ਰਹੇਗਾ। ਇਸ ਪ੍ਰਕਾਰ ਵਿਗਿਆਨ ਤੇ ਧਰਮ ਦੋਵੇਂ ਮਨੁੱਖੀ ਸੱਭਿਆਚਾਰ ਵਿੱਚ ਵਿਚਰਦੇ ਰਹਿਣਗੇ। ਇਸ ਪ੍ਰਕਾਰ ਇਸ ਲੇਖ ਦਾ ਵਿਸ਼ਾ ਵਿਗਿਆਨਿਕ, ਬੌਧਿਕ ਤੇ ਮੌਲਿਕ ਹੈ। ਕਲਾਤਮਕ ਪੱਖੋਂ ਵੀ ਨਿਬੰਧ ਗੁਣਾ ਭਰਪੂਰ ਤੇ ਪ੍ਰਭਾਵਸ਼ਾਲੀ ਹੈ। ਸ਼ੈਲੀ ਰੋਚਕ, ਸੁਆਦਲੀ, ਤਰਕਪੂਰਨ ਤੇ ਪ੍ਰਭਾਵਸ਼ਾਲੀ ਹੈ। ਭਾਸ਼ਾ ਸਰਲ, ਸਪਸ਼ਟ, ਪ੍ਰਭਾਵਸ਼ਾਲੀ, ਮਿਠਾਸ ਭਰੀ ਤੇ ਮੁਹਾਵਰੇਦਾਰ ਹੈ। ਇਸ ਤਰ੍ਹਾਂ ਸਾਡਾ ਜਿਹੜਾ ਵਿਸ਼ਾ ਵਸਤੂ ਹੈ ਖਤਮ ਹੁੰਦਾ ਹੈ। ਸੋ ਥੈਂਕ ਯੂ ਸੋ ਮਚ।